पहली गल तां ये गल क्लीयर कर दईए आपां साडे सारे पंजाब दे हरियाणा दे होर पासे जिहड़े साडे बंदे किसानी संघर्ष 'च बैठे आ उन्हां नूं भी असीं किसानी संघर्ष दे नाल आ, किसानी संघर्ष दे नाल सी ते रहांगे भी। इसलिए इस गल नूं अज दी जिहड़ी घटना सवेरे वापरी आ, जो निहंग ਸਿੰਘਾਂ ने एक गुरु साहब की बेअदबी करन आए व्यक्ति नूं सौदा लाया, उस बारे गल करनी, उस गल नूं किस संदर्भ 'च देखना, ये गल साडे लई वाचनी बड़ी जरूरी आ। साडे जिहड़े आगू आ बजुर्ग आ उन्हां नूं मेरी बेनती आ भी 26 नवंबर नूं भी यही बेनती सी, 26 जनवरी नूं भी यही बेनती सी ते अज भी यही बेनती आ भी तुसीं साडे आगू हो, तुसीं सत्कारयोग हो, तुसीं साडे बजुर्ग हो ते असीं तुहाडे नाल आ, हमेशा तुहाडे नाल आ, तुहाडे बच्चे आ, तुहाडे सोल्जर आ ते संघर्ष दे नाल भी खड़े आ। पर कदे कदे गल्लां तुहानूं भी समझणियां चाहीदियां, वो गल्लां समझणियां बहुत जरूरी आ भी 26 नवंबर नूं जदों बैरीकेड तोड़े आपां इसे संघर्ष 'च, ਉਹਦੇ ਤੁਸੀਂ ਕਿਹਾ ਜਿਹੜੇ ਬੈਰੀਕੇਡ ਤੋੜ ਕੇ ਗਏ ਆ ਉਹ ਸਾਡੇ ਬੰਦੇ ਨਹੀਂ ਆ। 26 ਜਨਵਰੀ ਨੂੰ ਜਦੋਂ ਲੋਕਾਂ ਦਾ ਵਹਿਣ ਲਾਲ ਕਿਲੇ ਵੱਲ ਨੂੰ ਆਪੇ ਵਹਿ ਤੁਰਿਆ ਤੇ ਜਿਹੜੇ ਉੱਥੇ ਬੰਦੇ ਪਹੁੰਚੇ ਤੁਸੀਂ ਇਹ ਕਿਹਾ ਉਹ ਸਾਡੇ ਬੰਦੇ ਨਹੀਂ ਆ। ਹੁਣ 1 ਸਾਲ ਤੋਂ ਵੱਧ ਸਮਾਂ ਹੋ ਗਿਆ, ਨਿਹੰਗ ਸਿੰਘ ਜਥੇਬੰਦੀਆਂ ਤੁਹਾਡੇ ਕੋਲੇ ਉੱਥੇ ਪਹਿਰਾ ਦੇ ਰਹੀਆਂ। ਜਦੋਂ 26 ਜਨਵਰੀ ਨੂੰ ਕੁਛ सरकार दे गुंडे आके साडे मोर्चे ते हमला करते हैं तो सामने हिक डा के खड़ जाते हैं, उन्हां निहंग सिंह जथेबंदियां नूं अज तुसीं ये कहता भी वो तुहाडे बंदे नहीं आ। सो बजुर्गो गल इह आ जे वो तुहाडे बंदे नहीं तां किहदे बंदे आ, किहदी खातर उत्थे असीं बैठे रहे, हुण वो बंदे बैठे रहे या होर जिहड़े उत्थे बंदे वो बैठे आ, उन्हां च एक रोह भी आ, गुस्सा भी आ ते आपदे हक लैण खातर बैठे आ। पर फिर भी पंजाब च रहण वाले हर सिख नूं, हर उत्थों दे बंदियां नूं, हरियाणे दे बंदियां नूं, यूपी दे बंदियां नूं मेरा एक ये अर्जी ला लो या हथ जोड़ के बेनती आ भी तुसीं ना ही आगूआं तो पासे होयो ते ना संघर्ष तो पासे होयो। आपां किसानी संघर्ष दे नाल भी आ, ਆਪਾਂ ਆਗੂਆਂ ਦੇ ਨਾਲ ਵੀ ਆ, ਪਰ ਕੁਝ ਗੱਲਾਂ ਨੂੰ ਸਮਝਣਾ ਸਾਡੇ ਲਈ ਬੜੀ ਜ਼ਰੂਰਤ ਇਸ ਵੇਲੇ ਬਣੀ ਹੋਈ ਆ। ਉਹ ਇਸ ਕਰਕੇ ਕਿਉਂਕਿ ਇੱਕ ਗੱਲ ਬੜੀ ਵੱਡੇ ਪੱਧਰ ਤੇ ਪ੍ਰਚਾਰੀ ਜਾ ਰਹੀ ਆ ਵੀ ਉਹਨਾਂ ਨੇ ਕਾਨੂੰਨ ਨੂੰ ਹੱਥ 'ਚ ਲਿਆ। ਜਦੋਂ ਕਾਨੂੰਨ ਇੰਨਾ ਪੱਖਪਾਤੀ ਹੋ ਜੇ ਵੀ ਪਿਛਲੇ 5 ਸਾਲਾਂ ਤੋਂ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾ ਰਹੀ ਆ ਤੇ ਕਾਨੂੰਨ ਇਹ ਕਹਿ ਕੇ ਉਹਨਾਂ ਬੰਦਿਆਂ ਨੂੰ ਛੱਡ ਦਿੰਦਾ ਵੀ ਉਹਨਾਂ ਦੇ ਦਿਮਾਗੀ ਗੜਬੜ ਸੀ, ਉਹ ਦਿਮਾਗੀ ਤੌਰ ਤੇ ਕਮਜ਼ੋਰ ਸੀ ਤੇ ਉਹਨਾਂ ਨੂੰ ਛੱਡ ਦਿੱਤੇ ਗਏ। ਇਹ ਤਾਂ ਉਹ ਗੱਲ ਹੋਈ ਵੀ ਕੋਈ ਅੰਨਾ ਤੇ ਉਹਨੇ ਜਦੋਂ ਵਿੰਨ ਕੇ ਤੀਰ ਮਾਰਿਆ ਤੇ ਹਰ ਵਾਰ ਨਿਸ਼ਾਨੇ 'ਚ ਲੱਗਿਆ ਜਾ ਕੇ, ਵੀ ਹਰ ਵਾਰ ਨਿਸ਼ਾਨੇ 'ਚ ਨਹੀਂ ਲੱਗਦਾ ਹੁੰਦਾ, ਹਰ ਵਾਰ ਕੋਈ ਦਿਮਾਗੀ ਤੌਰ ਤੇ ਪਰੇਸ਼ਾਨ ਬੰਦਾ ਆ ਕੇ ਤੇ ਉਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੀ ਨਿਰਾਦਰ ਕਰਨਾ ਸੁਝਦਾ। ਫਿਰ ਇਹ 5 ਸਾਲਾਂ ਤੋਂ ਸਾਨੂੰ ਕਿਵੇਂ ਲਗਾਤਾਰ ਪ੍ਰਵੋਕ ਕਰ ਰਹੇ ਆ। ਅਸੀਂ ਕਾਨੂੰਨ ਕੋਲੇ ਅਰਜ਼ੀਆਂ ਦੇ ਕੇ ਆਪਦੀਆਂ ਸ਼ਿਕਾਇਤਾਂ ਕਰਕੇ ਥੱਕ ਗਏ ਪਰ ਸਾਨੂੰ ਇਨਸਾਫ ਨਹੀਂ ਮਿਲਿਆ। ਉਸੇ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਪੁਰਾਣੇ ਸਾਡੇ ਨਾਲ ਹੋਈ ਬੇਇਨਸਾਫੀ ਦਾ ਇਨਸਾਫ ਨਹੀਂ ਮਿਲਿਆ। ਸੋ ਜਦੋਂ ਕਾਨੂੰਨ ਪੱਖਪਾਤੀ ਹੋ ਜੇ ਉਦੋਂ ਕਾਨੂੰਨ ਹੱਥ 'ਚ ਲੈਣਾ ਪੈਂਦਾ ਹੁੰਦਾ। ਇਹ ਇਤਿਹਾਸ ਦੀਆਂ ਬਹੁਤ ਘਟਨਾਵਾਂ ਇਹਦੀ ਗਵਾਹੀ ਭਰਦੀਆਂ। ਜਦੋਂ ਮਦਨ ਲਾਲ ਢੀਂਗਰਾ ਨੇ ਕਾਨੂੰਨ ਹੱਥ 'ਚ ਲਿਆ ਸੀ ਫਿਰ ਉਹ ਵੀ ਗਲਤ ਸੀ, ਜਦੋਂ ਸ਼ਹੀਦ ਊਧਮ ਸਿੰਘ ਨੇ ਕਾਨੂੰਨ ਹੱਥ 'ਚ ਲਿਆ ਸੀ ਫਿਰ ਉਹ ਵੀ ਗਲਤ ਸੀ, ਜਦੋਂ ਭਗਤ ਸਿੰਘ ਨੇ ਜਿਹਦੀ ਗੱਲ ਆਪਾਂ ਕਿਸਾਨੀ ਸੰਘਰਸ਼ ਬੈਠੇ ਕਰਦੇ ਆ ਵੀ ਇਨਕਲਾਬ ਭਗਤ ਸਿੰਘ ਨੇ ਲਿਆ ਤਾਂ ਫਿਰ ਸਰਦਾਰ ਭਗਤ ਸਿੰਘ ਵੀ ਗਲਤ ਸੀ, ਜਦੋਂ ਜਿੰਦੇ ਤੇ ਸੁੱਖੇ ਨੇ ਕਾਨੂੰਨ ਹੱਥ 'ਚ ਲਿਆ ਸੀ ਫਿਰ ਉਹ ਵੀ ਗਲਤ ਸੀ, ਤੇ ਜਦੋਂ ਸਾਡੇ ਜਥੇਦਾਰ ਰਣਜੀਤ ਸਿੰਘ ਨੇ ਕਾਨੂੰਨ ਹੱਥ 'ਚ ਲਿਆ ਸੀ ਉਹ ਵੀ ਗਲਤ ਸੀ। ਉਹਨਾਂ ਤੋਂ ਵੀ ਪੁੱਛ ਲਓ ਵੀ ਕਾਨੂੰਨ ਕਿਉਂ ਹੱਥ 'ਚ ਲੈਣਾ ਪੈ ਗਿਆ। ਹੁਣ ਇਸ ਗੱਲ ਨੂੰ ਜੇ ਆਪਾਂ ਇਹ ਕਹੀਏ ਵੀ ਕਾਨੂੰਨ ਹੱਥ 'ਚ ਲਿਆ ਤੇ ਆਪਣੇ ਹੁਣੇ ਹੀ ਲਖੀਮਪੁਰ ਖੇੜੀ 'ਚ ਜਦੋਂ ਸਾਡੇ ਬੰਦਿਆਂ ਨੂੰ ਦਗੜ ਕੇ ਕਤਲੇਆਮ ਕਰਤਾ ਤੇ ਉੱਥੇ ਰੋਹ 'ਚ ਆਏ ਸਾਡੇ ਬੰਦਿਆਂ ਨੇ 2
ਬੀਜੇਪੀ ਦੇ ਬੰਦੇ ਮਾਰਤੇ, ਫਿਰ ਤਾਂ ਅਸੀਂ ਵੀ ਕਾਨੂੰਨ ਹੱਥ 'ਚ ਲੈ ਲਿਆ, ਫਿਰ ਆਪਾਂ ਵੀ ਗਲਤ ਆ। ਉਦੋਂ ਤਾਂ ਜਿਹੜੇ ਆਪਣੇ ਟਕੈਤ ਸਾਹਿਬ ਆ ਉਹ ਇਹ ਕਹਿ ਰਹੇ ਆ ਇਹਦਾ ਐਕਸ਼ਨ ਦਾ ਰਿਐਕਸ਼ਨ ਸੀ, ਪਰ ਇੱਥੇ ਐਕਸ਼ਨ ਦਾ ਰਿਐਕਸ਼ਨ ਨਹੀਂ ਤੁਹਾਨੂੰ ਦਿਸਿਆ। ਪਿਛਲੇ 5 ਸਾਲਾਂ ਦਾ ਜਿਹੜਾ ਇਹ ਐਕਸ਼ਨ ਕਰ ਰਹੇ ਆ ਉਹ ਐਕਸ਼ਨ ਦਾ ਰਿਐਕਸ਼ਨ ਨਹੀਂ ਦਿਖਿਆ। ਸੋ ਬਜ਼ੁਰਗੋ, ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਵੀ ਤੁਹਾਨੂੰ ਯੋਗਿੰਦਰ ਯਾਦਵ ਵਰਗੇ ਬੰਦੇ ਮੈਨੀਪੂਲੇਟ ਕਰ ਦਿੰਦੇ ਆ, ਤੁਸੀਂ ਉਹਨਾਂ ਦੇ ਪਿੱਛੇ ਲੱਗ ਜਾਂਦੇ ਹੋ ਤੇ ਤੁਸੀਂ ਪੰਥ ਤੇ ਪਰਾਏ ਹੋ ਕੇ ਖੜ ਜਾਂਦੇ ਹੋ ਜਾਂ ਪੰਜਾਬ ਤੋਂ ਪਰਾਏ ਹੋ ਕੇ ਖੜ ਜਾਂਦੇ ਹੋ। ਤੁਹਾਨੂੰ ਪੰਜਾਬ ਦੀ ਧਰਤੀ ਨੇ ਮਾਫ ਨਹੀਂ ਕਰਨਾ। ਅਸੀਂ ਤਾਂ ਤੁਹਾਡੇ ਨਾਲ ਖੜੇ ਆ, ਅਸੀਂ ਸੰਘਰਸ਼ ਤੁਹਾਡੇ ਨਾਲ ਹਿੱਕ ਢਾਹ ਕੇ ਖੜੇ ਆ, ਅੱਜ ਵੀ ਨਾਲ ਆ, ਪਹਿਲਾਂ ਵੀ ਨਾਲ ਸੀ ਤੇ ਅੱਗੇ ਵੀ ਰਹਾਂਗੇ। ਤੁਸੀਂ ਸਾਡੀ ਪੈਰਵਾਈ ਕਰੋ ਨਾ ਕਰੋ, ਇਹ ਪ੍ਰੋਵੋਕੇਸ਼ਨ ਸੀ। ਪ੍ਰੋਵੋਕੇਸ਼ਨ ਦੇ ਬਾਅਦ ਹੀ ਇਹ ਵਰਤਾਰਾ ਵਾਪਰਿਆ। ਇਹ ਕੋਈ ਇੱਕ ਆਈਸੋਲੇਸ਼ਨ 'ਚ ਜਾਂ ਇਹਨੂੰ ਕੱਲੀ ਘਟਨਾ ਨੂੰ ਨਾ ਦੇਖੋ, ਇਹਦੇ ਪਿੱਛੇ 5 ਸਾਲ ਦਾ ਬੇਅਦਬੀ ਦਾ ਇਤਿਹਾਸ ਪਿਆ। ਸੋ ਇਸ ਕਰਕੇ ਜਿਹੜੇ ਬੰਦੇ ਇਹ ਕਹਿੰਦੇ ਆ ਵੀ ਕਾਨੂੰਨ ਹੱਥ 'ਚ ਲੈ ਲਿਆ, ਇਹ ਬੰਦਿਆਂ ਨੂੰ ਇੱਕ ਸਵਾਲ ਆ ਮੇਰਾ ਵੀ ਜਦੋਂ ਕੋਈ ਇਤਿਹਾਸ 'ਚ ਜਦੋਂ ਕੌਮ ਨੇ ਸਾਡੇ ਸੰਘਰਸ਼ੀ ਬੰਦਿਆਂ ਨੇ ਇਨਸਾਫ ਲਿਆ, ਉਹਦੇ ਕਾਨੂੰਨ ਹੱਥ 'ਚ ਨਹੀਂ ਲਿਆ ਗਿਆ। ਅੱਜ ਹੀ ਤੁਹਾਨੂੰ ਦਿਖਦਾ ਵੀ ਕਾਨੂੰਨ ਹੱਥ 'ਚ ਲੈ ਲਿਆ। ਫਿਰ ਅਗਲੀ ਗੱਲ, ਡਾਕਟਰ ਸਵਾਈਮਾਨ ਸਿੰਘ ਆ ਜਿਹੜੇ, ਉਹ ਬੜੇ ਸਤਿਕਾਰਯੋਗ ਆ, ਬੜੇ ਜੈਂਟਲ ਆ, ਉਹਨਾਂ ਨੇ ਵੀ ਇਹ ਗੱਲ ਕਹੀ ਵੀ ਜੇ ਗੁਰੂ ਨਾਨਕ ਪਾਤਸ਼ਾਹ ਹੁੰਦੇ, ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਹੁੰਦੇ ਤਾਂ ਵੀ ਐਂ ਕਰਦੇ। ਤੁਸੀਂ ਗੁਰੂਆਂ ਨੂੰ ਨਖੇੜ ਕੇ ਨਾ ਦੇਖੋ। ਮੈਂ ਡਾਕਟਰ ਸਾਹਿਬ ਤੁਹਾਨੂੰ ਬੇਨਤੀ ਕਰਦਾ, ਤੁਸੀਂ ਇਸ ਗੱਲ ਤੇ ਤੁਹਾਨੂੰ ਸਮਝ ਨਹੀਂ ਤੇ ਤੁਸੀਂ ਚੰਗੇ ਬੰਦੇ ਹੋ, ਤੁਸੀਂ ਨਾ ਬੋਲੋ, ਕਿਉਂਕਿ ਉਸ ਵੇਲੇ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੇ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੱਕ ਇਹ ਤਾਂ ਇੱਕ ਜੋਤ ਆ, ਇੱਕ ਜੋਤ ਪ੍ਰਗਟ ਹੋਈ। ਇਹਨਾਂ ਨੂੰ ਨਖੇੜ ਕੇ ਨਹੀਂ ਦੇਖਿਆ ਜਾ ਸਕਦਾ ਸੀ। ਜੋ ਗੁਰੂ ਨਾਨਕ ਸਾਹਿਬ ਵੇਲੇ ਗੁਰੂ ਨਾਨਕ ਸਾਹਿਬ ਨੂੰ ਜ਼ਰੂਰਤ ਸੀ ਜਾਂ ਉਸ ਵੇਲੇ ਉਹ ਇਲਹਾਮ ਸੀ ਉਹਨਾਂ ਨੂੰ, ਉਦੋਂ ਉਹਨਾਂ ਨੇ ਉਹ ਕੀਤਾ। ਜੋ 10ਵੇਂ ਪਾਤਸ਼ਾਹ ਵੇਲੇ ਇੱਕ ਜ਼ਰੂਰਤ ਸੀ ਸਮਾਜ ਦੀ, ਉਦੋਂ ਉਹਨਾਂ ਨੇ ਉਹ ਕੀਤਾ। ਸੋ ਇਸ ਕਰਕੇ ਉਹ ਇੱਕ ਇਲਹਾਮ, ਇੱਕ ਰੱਬੀ ਜਿਹੜੀ ਗੱਲ ਆ, ਉਹਨੂੰ ਸਾਡੇ ਲਈ ਸਮਝਣਾ, ਇਸ ਤਰ੍ਹਾਂ ਨਖੇੜ ਕੇ ਦੇਖਣਾ ਬਹੁਤ ਔਖਾ। ਫਿਰ ਤਾਂ ਜਦੋਂ ਭਾਈ ਬਿਧੀ ਚੰਦ ਨੇ 5ਵੇਂ ਪਾਤਸ਼ਾਹ ਵੇਲੇ, ਉਹਨਾਂ ਨੇ ਤਾਂ ਬਹੁਤ ਸ਼ਾਂਤਮਈ ਸ਼ਹਾਦਤ ਦਿੱਤੀ ਆ। ਕਿਸੇ ਨੇ ਜਦੋਂ ਗੁਰੂ ਸਾਹਿਬ ਦੇ ਬਾਰੇ ਮੰਦਾ ਬੋਲਿਆ ਤੇ ਭਾਈ ਬਿਧੀ ਚੰਦ ਨੇ ਟੋਟੇ ਕਰਕੇ ਉਹਦੇ ਨਹਿਰ 'ਚ ਸਿੱਟਤਾ ਸੀ। ਫਿਰ ਤਾਂ ਉਹ ਵੀ ਕਾਨੂੰਨ ਹੱਥ 'ਚ ਲੈਣ ਵਾਲੀ ਗੱਲ ਸੀ। ਇਸ ਲਈ ਜਦੋਂ ਅਸੀਂ ਗੁਰੂਆਂ ਨੂੰ ਨਖੇੜ ਕੇ ਦੇਖਦੇ ਆ ਤੇ ਫਿਰ ਇੱਕ ਜੋਤ ਦੀ ਸਾਨੂੰ ਸਮਝ ਨਹੀਂ ਆਉਂਦੀ ਤੇ ਅਸੀਂ ਇੱਕ ਬਿਰਤਾਂਤ ਪੈਦਾ ਕਰ ਦਿੰਦੇ ਆ ਵੀ ਗੁਰੂ ਨਾਨਕ ਸਾਹਿਬ ਐਂ ਨਹੀਂ ਕਰ ਸਕਦੇ ਸੀ, ਪਰ ਹੋ ਸਕਦਾ 10ਵੇਂ ਪਾਤਸ਼ਾਹ ਐਂ ਕਰਦੇ। ਇਹ ਬਹੁਤ ਗਲਤ ਗੱਲ ਆ। ਅਗਲੀ ਗੱਲ, ਜਿਹੜੇ ਕੁਝ ਬੰਦੇ ਇਹ ਗੱਲ ਕਹਿ ਰਹੇ ਆ ਵੀ ਇਹ ਤਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਹੀ ਰਹਿੰਦਾ ਸੀ ਤੇ ਉਹਨਾਂ ਦੇ ਆਪਸ 'ਚ ਕੋਈ ਰੌਲਾ ਸੀ, ਉਹਨਾਂ ਨੇ ਇਹਨੂੰ ਮਾਰ ਕੇ ਤੇ ਬੇਅਦਬੀ ਦਾ ਬਹਾਨਾ ਕਰਤਾ। ਵੀ ਪਿਛਲੇ 5 ਸਾਲਾਂ 'ਚ ਤਾਂ ਅੱਜ ਤੱਕ ਇਹੋ ਜਿਹਾ ਬਹਾਨਾ ਅਸੀਂ ਕੀਤਾ ਨਹੀਂ ਕਦੇ। ਤੁਸੀਂ ਖਾਲਸਾ ਪੰਥ ਦਾ ਇਨਸਾਫ ਕੀਤਾ, ਇਸ ਤਰ੍ਹਾਂ ਨਾ ਮੰਨੋ। ਖਾਲਸਾ ਪੰਥ ਲਈ ਗੁਰੂ ਦੀ ਕੀ ਜਗ੍ਹਾ, ਇਹਨੂੰ ਸਮਝੋ। ਜੇ ਤੁਹਾਨੂੰ ਹਜੇ ਤੱਕ ਇਹਨਾਂ ਫਲਸਫਿਆਂ ਦੀ ਸਮਝ ਹੀ ਨਹੀਂ ਆ, ਫਿਰ ਤੁਹਾਨੂੰ ਬੋਲਣ ਦਾ ਕੋਈ ਹੱਕ ਨਹੀਂ ਇਸ ਗੱਲ ਤੇ। ਜੇ ਬੰਦੇ ਨੂੰ ਮਾਰਨਾ ਹੀ ਸੀ ਤਾਂ ਹੋਰ ਬਹੁਤ 100 ਤਰੀਕੇ ਹੁੰਦੇ ਆ। ਵੀ ਸਰਕਾਰ ਦਾ ਭੇਜਿਆ ਸੀ ਤੇ ਅਸੀਂ ਕਰਤਾ, ਲਾਤਾ ਸੌਦਾ। ਗੁਰੂ ਦੇ ਉੱਤੇ ਕੋਈ ਸਵਾਲ ਕਰਦਾ ਤੇ ਗੁਰੂ ਦੇ ਉੱਤੇ ਖਾਲਸਾ ਪੰਥ ਦੀ ਸ਼ਰਧਾ ਕੀ ਆ, ਗੁਰੂ ਲਈ ਉਹ ਕੀ ਕਰ ਸਕਦੇ ਆ, ਇਸ ਗੱਲ ਨੂੰ ਸਮਝੋ। ਤੁਹਾਡੇ ਲਈ ਆਰਥਿਕ ਮਸਲੇ ਵੱਡੇ ਹੋਣੇ ਆ, ਉਹਨਾਂ ਲਈ ਧਰਮ ਤੇ ਧਰਮ ਦੀ ਹੋਂਦ ਬਹੁਤ ਵੱਡੀ ਆ। ਸੋ ਇਸ ਕਰਕੇ ਬੰਦਿਆਂ ਨੂੰ ਸਮਝੋ, ਕੌਮਾਂ ਦੇ ਫਲਸਫਿਆਂ ਨੂੰ ਸਮਝੋ ਤੇ ਉਸ ਆਧਾਰ ਤੇ ਅਸੀਂ ਕੋਈ ਅੱਗੇ ਆਪਦੀ ਗੱਲ ਲੈ ਕੇ ਜਾਈਏ, ਕੋਈ ਬਿਰਤਾਂਤ ਸਿਰਜੀਏ। ਇਸ ਲਈ ਮੇਰਾ ਸਵਾਲ ਉਹੀ ਆ ਵੀ ਫੇਰ ਤਾਂ ਸਾਡੇ ਆਜ਼ਾਦੀ ਦੇ ਸੰਘਰਸ਼ 'ਚ ਜਿੰਨੇ ਬੰਦਿਆਂ ਨੇ ਸੰਘਰਸ਼ ਕੀਤਾ, ਉਹਨਾਂ ਨੇ ਸੰਘਰਸ਼ ਜਿਹੜਾ ਕੀਤਾ ਉਹ ਕਾਨੂੰਨ ਹੱਥ 'ਚ ਹੀ ਲਏ ਸੀ। ਉਦੋਂ ਅੰਗਰੇਜ਼ਾਂ ਦੇ ਖਿਲਾਫ ਅਸੀਂ ਕਾਨੂੰਨ ਹੱਥ 'ਚ ਹੀ ਲੈਂਦੇ ਰਹੇ ਹਾਂ। ਤੁਸੀਂ ਕੁਛ ਦਿਨ ਪਹਿਲਾਂ ਇਹ ਗੱਲ ਕਹਿ ਕੇ ਹਟੇ ਹੋ ਵੀ ਅਸੀਂ ਨਲੂਏ ਦੇ ਵਾਰਸ ਹਾਂ, ਤੇ ਫਿਰ ਜੇ ਸਰਦਾਰ ਹਰੀ ਸਿੰਘ ਨਲੂਆ ਹੁੰਦੇ ਉਹ ਕੀ ਕਰਦੇ, ਇਹ ਸਾਨੂੰ ਦੱਸਣ ਦੀ ਜ਼ਰੂਰਤ ਨਹੀਂ। ਇਸ ਲਈ ਇੱਥੇ ਵਿਕਟਮ ਕੌਣ ਆ ਤੇ ਇੱਥੇ ਕਲਪਰੇਟ ਕੌਣ ਆ,
ਇਸ ਗੱਲ ਨੂੰ ਪਛਾਣੋ। ਇੱਥੇ ਡਿਸਟਿੰਕਸ਼ਨ ਥੋੜੀ ਜਿਹੀ ਇਹਦੇ ਚ ਲੈ ਕੇ ਆਓ। ਤੁਸੀਂ ਹਮੇਸ਼ਾ ਮੈਨੀਪੂਲੇਟ ਤੁਹਾਨੂੰ ਕਰ ਦਿੱਤਾ ਜਾਂਦਾ ਸਾਡੇ ਬਜ਼ੁਰਗਾਂ ਨੂੰ, ਤੇ ਉਹ ਵਿਕਟਮ ਦੇ ਸਰਕਾਰੀ ਧਿਰ ਦੇ ਹੱਕ 'ਚ ਭੁਗਤ ਜਾਂਦੇ ਆ ਤੇ ਕਲਪਰੇਟ ਨੂੰ ਗੁਨਾਹਗਾਰ ਦੱਸਣ ਲੱਗ ਜਾਂਦੇ ਆ। ਉਹ ਜਿਹੜਾ ਵਿਕਟਮ ਆ ਉਹਨੂੰ ਗੁਨਾਹਗਾਰ ਦੱਸਣ ਲੱਗ ਜਾਂਦੇ ਆ। ਸੋ ਇਸ ਕਰਕੇ ਤੁਸੀਂ ਕਲਪਰੇਟ ਕੌਣ ਆ ਇਹਨੂੰ ਦੇਖੋ। ਸਰਕਾਰੀ ਧਿਰ ਇੱਥੇ ਕਲਪਰੇਟ ਆ, ਅਸੀਂ ਵਿਕਟਮ ਆ। ਤੇ ਜਦੋਂ ਪੱਖਪਾਤੀ ਕਾਨੂੰਨ ਐਸ ਚਰਮ ਸੀਮਾ ਤੱਕ ਚਲਾ ਜਾਵੇ ਵੀ ਅੱਜ ਤੱਕ ਇੱਕ ਵੀ ਇਨਸਾਫ ਨਾ ਮਿਲਿਆ, ਫਿਰ ਖਾਲਸਾ ਪੰਥ ਨੇ ਆਪਦਾ ਕਰਤਾ ਇਨਸਾਫ। ਅਸੀਂ ਉਸ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਖੜ ਕੇ ਉਹਨਾਂ ਨੂੰ ਇਨਸਾਫ ਵੀ ਦਿਵਾਵਾਂਗੇ, ਉਹਨਾਂ ਖਾਤਰ ਕਾਨੂੰਨ ਦੀ ਲੜਾਈ ਵੀ ਲੜਾਂਗੇ। ਤੇ ਜੋ ਕੋਈ ਖਰਚਾ ਪਾਣੀ ਦੀ ਜ਼ਰੂਰਤ ਹੋਈ, ਕਾਨੂੰਨੀ ਸਹਾਇਤਾ ਦੀ ਜ਼ਰੂਰਤ ਹੋਈ, ਉਹ ਵੀ ਕਰਾਂਗੇ। ਤੇ ਨਾਲ ਅਸੀਂ ਕਿਸਾਨ ਆਗੂਆਂ ਨੂੰ ਵੀ ਬੇਨਤੀ ਕਰਦੇ ਹਾਂ, ਤੁਹਾਡੇ ਨਾਲ ਆ। ਸਾਡੀ ਬੇਨਤੀ ਲੋਕਾਂ ਨੂੰ ਵੀ ਆ ਵੀ ਇਹਨਾਂ ਦੀ ਮਜਬੂਰੀ ਆ, ਇਹ ਸਮਝੋ। ਇਹ ਜੋ ਸਟੈਂਡ ਅੱਜ ਅਸੀਂ ਐਕਸਪੈਕਟ ਕਰਦੇ ਹਾਂ ਉਹ ਨਹੀਂ ਲੈ ਸਕਦੇ। ਇਹਨਾਂ ਦੇ ਉੱਤੇ ਵੀ ਬਹੁਤ ਵੱਡਾ ਪ੍ਰੈਸ਼ਰ ਆ, ਇਹਨੂੰ ਸਮਝ ਕੇ ਇਹ ਜਿਵੇਂ ਵੀ ਆ, ਇਹਨਾਂ ਕੋਲੇ ਇੰਨੀ ਕੀ ਸਮਰੱਥਾ, ਇਹਨਾਂ ਨੇ 3 ਕਾਨੂੰਨਾਂ ਦੀ ਲੜਾਈ ਲੜ ਰਹੇ ਆ। ਇੰਨੀਆਂ ਕੁ ਬੇਨਤੀਆਂ ਮੈਂ ਕਰਨੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ। ਜਿਉਂਦੇ ਵਸਦੇ ਰਹੋ। ਸਤਿ श्री अकाल जी। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।